Hello, good morning, dear students. Today we will discuss animal tissues. Animal tissues. Animal tissues ਕੀ ਹਨ? When we breathe, we can actually feel movement of our chest. ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਅਸੀਂ ਸਾਡੀ ਚੈਸਟ ਦੀ ਮੂਵਮੈਂਟ ਨੂੰ ਮਹਿਸੂਸ ਕਰਦੇ ਹਾਂ. How do these bodies part move? ਇਹ ਬਾਡੀ ਦੇ ਪਾਰਟ ਕਿਵੇਂ ਮੂਵ ਕਰਦੇ ਹਨ? For this we have specialized cell called muscle cells. ਇਸ ਲਈ ਸਾਡੇ ਕੋਲ ਸਪੈਸ਼ਲ ਸੈੱਲ ਹਨ ਜਿਸ ਨੂੰ ਮਸਲ ਸੈੱਲ ਕਿਹਾ ਜਾਂਦਾ ਹੈ. The contraction and relaxation of these cell results in movement. ਇਹਨਾਂ ਦੀ ਕੰਟਰੈਕਸ਼ਨ ਸੁੰਗੜਨਾ ਤੇ ਰਿਲੈਕਸ ਹੋਣਾ ਮੂਵਮੈਂਟ ਦਾ ਕਾਰਨ ਬਣਦੇ ਹਨ. ਪਲਾਂਟ ਦੇ ਵਿੱਚ ਮੂਵਮੈਂਟ ਨਹੀਂ ਹੁੰਦੀ. ਨੈਕਸਟ ਅਸੀਂ ਡਿਫਰੈਂਟ ਟਾਈਪਸ ਆਫ ਐਨੀਮਲ ਟਿਸ਼ੂਜ਼ ਪੜ੍ਹਾਂਗੇ, ਜਿਸ ਦੇ ਵਿੱਚ ਫਸਟ ਹੈ ਐਪੀਥੀਲੀਅਲ ਟਿਸ਼ੂਜ਼. ਐਪੀਥੀਲੀਅਲ ਟਿਸ਼ੂਜ਼ ਮੈਂ ਤੁਹਾਨੂੰ ਸਿਰਫ 2-3 ਲਾਈਨਾਂ ਵਿੱਚ ਦੱਸਾਂਗਾ. ਇਸ ਰਿਲੇਟਡ ਵੀਡੀਓ ਆਪ ਜੀ ਨੂੰ ਸੈਪਰੇਟ ਪਾ ਦਿੱਤੀ ਗਈ ਹੈ, ਜਿਸ ਤੋਂ ਤੁਸੀਂ ਬੜਾ ਹੀ ਕਲੀਅਰ ਸਮਝੋਗੇ. ਐਪੀਥੀਲੀਅਲ ਟਿਸ਼ੂ ਕੀ ਹੈ? The covering or protective tissue in animal body are called epithelial tissue. जो कवरिंग है, प्रोटेक्टिंग लेयर है, जिस तरह साडी चमड़ी है, इस टिशू नूं कहा जाता है एपिथेलियल टिशू. टिशू की है ਕੰਬੀਨੇਸ਼ਨ ऑफ सैल वर्किंग टुगैदर. ਜਦੋਂ ਸੈੱਲ ਇਕੱਠੇ ਹੋ ਕੇ ਕੰਮ ਕਰਦੇ ਹਨ. ਹਰੇਕ ਔਰਗਨ ਦੇ ਬਾਹਰ ਇੱਕ ਕਵਰਿੰਗ ਬਣੀ ਹੋਈ ਹੈ. ਹਾਰਟ ਦੇ ਬਾਹਰਲੀ ਕਵਰਿੰਗ, ਲੀਵਰ ਦੇ ਬਾਹਰਲੀ ਕਵਰਿੰਗ, ਲੰਗਸ ਦੇ ਬਾਹਰਲੀ ਕਵਰਿੰਗ, ਜਿਸ ਤਰ੍ਹਾਂ ਸਾਡੀ ਟੰਗ ਹੈ, ਜੀਭ ਹੈ, ਇਸ ਦੀ ਕਵਰਿੰਗ ਬਾਹਰ ਵੀ ਹੈ ਅਤੇ ਅੰਦਰ ਵੀ ਹੈ. ਇਸ ਨੂੰ ਕਿਹਾ ਜਾਂਦਾ ਹੈ ਐਪੀਥੀਲੀਅਲ ਟਿਸ਼ੂ. ਅਤੇ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਸੁਣ ਲੈਣਾ ਹੈ ਅਤੇ ਸਮਝ ਲੈਣਾ ਹੈ. ਬਹੁਤ ਈਜੀ ਹੈ, ਤੁਹਾਡੇ ਸਮਝ ਆ ਜਾਵੇਗੀ. ਐਪੀਥੀਲੀਅਲ ਟਿਸ਼ੂ ਜਿੰਨੇ ਬਾਡੀ ਦੇ ਪਾਰਟ ਹਨ ਸਾਰਿਆਂ ਨੂੰ ਇਹ ਸੈਪਰੇਟ ਕਰਦੀ ਹੈ. ਇਹ ਇੱਕ ਟਿਸ਼ੂ ਹੈ ਜੋ ਹਰੇਕ ਨੂੰ ਕਵਰਿੰਗ ਦਿੰਦੀ ਹੈ, ਪ੍ਰੋਟੈਕਸ਼ਨ ਦਿੰਦੀ ਹੈ. ਸੈਕਿੰਡ ਜਿਹੜਾ ਟਿਸ਼ੂ ਹੈ ਉਹ ਹੈ ਕਨੈਕਟਿਵ ਟਿਸ਼ੂ. ਕਨੈਕਟਿਵ ਵਰਡ ਕਨੈਕਟ ਤੋਂ ਤੁਹਾਨੂੰ ਕਲੀਅਰ ਹੋ ਜਾਵੇਗਾ. ਕਨੈਕਟ ਮੀਨਸ ਟਿਸ਼ੂ ਵਿਚ ਮੇਕਸ ਕਨੈਕਸ਼ਨ, ਜਿਹੜਾ ਕਨੈਕਸ਼ਨ ਬਣਾਉਂਦਾ ਹੈ. ਇਹਦੇ ਵਿੱਚ ਕਿਹੜੇ ਕਿਹੜੇ ਟਿਸ਼ੂ ਆਉਂਦੇ ਹਨ? ਫਸਟ, ਬਲੱਡ ਇਜ਼ ਦੀ ਟਾਈਪ ਆਫ ਕਨੈਕਟਿਵ ਟਿਸ਼ੂ. ਸਾਡੀ ਸਾਰੀ ਬਾਡੀ ਦੇ ਵਿੱਚ ਜੋ ਕਨੈਕਸ਼ਨ ਚੱਲ ਰਿਹਾ ਹੈ, ਫੂਡ ਟਰਾਂਸਫਰਮੇਸ਼ਨ ਦਾ ਅਤੇ ਵਾਟਰ ਟਰਾਂਸਫਰ ਕਰਨ ਦਾ, ਗੈਸ ਟਰਾਂਸਫਰ ਕਰਨ ਦਾ, ਦਿਸ ਇਜ਼ ਆਲ ਡਿਊ ਟੂ ਬਲੱਡ. ਹੈਂਸ ਬਲੱਡ ਇਜ਼ ਏ ਟਾਈਪ ਆਫ ਕਨੈਕਟਿਵ ਟਿਸ਼ੂ. ਵਾਈ ਵੁੱਡ ਇਟ ਬੀ ਕਾਲਡ ਕਨੈਕਟਿਵ ਟਿਸ਼ੂ? ਕਿਉਂ ਕਨੈਕਟਿਵ ਟਿਸ਼ੂ ਕਿਹਾ ਜਾਂਦਾ ਹੈ? ਤੁਹਾਨੂੰ ਦੱਸ ਦਿੱਤਾ, ਕਿਉਂਕਿ ਕੰਪਲੀਟ ਕਨੈਕਸ਼ਨ ਹੈ ਜਿਹੜਾ ਬਲੱਡ ਬਣਾਉਂਦਾ ਹੈ. ਹੋਰ ਵੀ ਇਸ ਦੀਆਂ ਟਾਈਪਸ ਹਨ, ਬੋਨਸ, ਹੱਡੀਆਂ, ਮਸਲਸ, ਇਹ ਸਾਰੇ ਕਨੈਕਟਿਵ ਟਿਸ਼ੂ ਹਨ. The cells of connective tissue are loosely packed or loosely spaced and embedded in intercellular matrix. ਜੋ ਇਸ ਦੇ ਸੈੱਲ ਦੇ ਵਿੱਚ ਇੰਟਰਸੈਲੂਲਰ ਸਪੇਸ ਹੈ ਉਹ ਲੂਜ਼ਲੀ ਪੈਕਡ ਹੈ ਅਤੇ ਉਸ ਦੇ ਵਿੱਚ ਕੋਈ ਵੀ ਮੈਟਰਿਕਸ ਹੋ ਸਕਦੀ ਹੈ. ਇਹ ਮੈਟਰਿਕਸ ਕੀ ਹੋ ਸਕਦੀ ਹੈ? ਦੀ ਮੈਟਰਿਕਸ ਮੇ ਬੀ ਜੈਲੀ ਲਾਈਕ ਵੀ ਹੋ ਸਕਦਾ ਹੈ, ਫਲੂਇਡ ਵੀ ਹੋ ਸਕਦਾ ਹੈ, ਡੈਂਸ ਔਰ ਰਿਜਿਡ. ਡੈਂਸ ਸੰਘਣਾ ਅਤੇ ਕੋਈ ਸਖਤ ਚੀਜ਼ ਵੀ ਇਸ ਦੇ ਵਿੱਚ ਹੋ ਸਕਦੀ ਹੈ ਪੈਕਿੰਗ ਦੇ ਵਿੱਚ. ਦੀ ਨੇਚਰ ਆਫ ਮੈਟਰਿਕਸ, ਇਹ ਜਿਹੜਾ ਮੈਟਰਿਕਸ ਹੈ ਡਿਫਰਸ ਇਨ concordance with the function of the particular connective tissue.
ਟਿਸ਼ੂ ਦੇ ਕਨੈਕਟਿਵ ਦੇ ਉੱਤੇ ਡਿਪੈਂਡ ਕਰਦਾ ਹੈ। ਟਾਈਪਸ ਆਫ ਕਨੈਕਟਿਵ ਟਿਸ਼ੂ ਕਿਹੜੇ ਹਨ? ਬਲੱਡ ਸੈੱਲ, ਕੰਪੈਕਟ ਬੋਨਸ ਆ ਗਈਆਂ ਇਹਦੇ ਵਿੱਚ, ਹਾਈਲਾਈਨ ਕਾਰਟਿਲੇਜ, ਐਰੀਊਲਰ ਟਿਸ਼ੂ, ਐਡੀਪੋਜ਼। ਥੋੜ੍ਹਾ ਇਸ ਨਾਲ ਡਿਟੇਲ ਵਿੱਚ ਅਸੀਂ ਡਿਸਕਸ ਕਰਦੇ ਜਾਵਾਂਗੇ। ਸਭ ਤੋਂ ਪਹਿਲਾਂ ਬਲੱਡ ਕੀ ਹੈ? ਬਲੱਡ ਹੈਜ਼ ਏ ਫਲੂਇਡ ਮੈਟ੍ਰਿਕਸ ਜਾਂ ਲਿਕੁਇਡ ਮੈਟ੍ਰਿਕਸ। ਬਲੱਡ ਦੇ ਵਿੱਚ ਇੱਕ ਮੈਟ੍ਰਿਕਸ ਹੈ, ਇੱਕ ਮਟੀਰੀਅਲ ਹੈ ਕਾਲਡ ਪਲਾਜ਼ਮਾ, ਜਿਸ ਨੂੰ ਪਲਾਜ਼ਮਾ ਕਿਹਾ ਜਾਂਦਾ ਹੈ। ਜਿਹਦੇ ਵਿੱਚ ਰੈੱਡ ਬਲੱਡ ਕਾਰਪੂਸਲਸ, ਜਿਸ ਵਿੱਚ ਰੈੱਡ ਬਲੱਡ ਸੈੱਲ ਹਨ, ਵਾਈਟ ਬਲੱਡ ਸੈੱਲ ਹਨ ਐਂਡ ਪਲੇਟਲੈਟਸ ਹਨ। ਰੈੱਡ ਬਲੱਡ ਸੈੱਲ, ਵਾਈਟ ਬਲੱਡ ਸੈੱਲ ਐਂਡ ਪਲੇਟਲੈਟਸ। ਵਾਈਟ ਬਲੱਡ ਸੈੱਲ ਨੇ ਜਿਹੜੇ ਦੇ ਪ੍ਰੋਵਾਈਡ ਇਮਿਊਨਿਟੀ, ਜਿਹੜੇ ਰੋਗਾਂ ਨਾਲ ਲੜਦੇ ਹਨ। ਰੈੱਡ ਬਲੱਡ ਸੈੱਲ ਫੂਡ ਟਰਾਂਸਫਰ ਕਰਦੇ ਹਨ, ਆਕਸੀਜਨ ਟਰਾਂਸਫਰ ਕਰਦੇ ਹਨ, ਕਾਰਬਨ ਡਾਈਆਕਸਾਈਡ ਟਰਾਂਸਫਰ ਕਰਦੇ ਹਨ। ਪਲੇਟਲੈਟਸ ਜੋ ਖੂਨ ਨੂੰ ਜਮਾਉਂਦੇ ਹਨ ਜਦੋਂ ਸਾਡੇ ਸੱਟ ਲੱਗ ਜਾਂਦੀ ਹੈ। ਇਹਨਾਂ ਦੇ ਅਲੱਗ-ਅਲੱਗ ਫੰਕਸ਼ਨ ਹਨ। ਆਰ ਸਸਪੈਂਡਡ, ਇਹ ਸਾਰੇ ਬਲੱਡ ਦੇ ਵਿੱਚ ਹਨ। ਦੀ ਪਲਾਜ਼ਮਾ ਕੰਟੇਨਸ ਪ੍ਰੋਟੀਨ, ਸਾਲਟਸ ਐਂਡ ਹਾਰਮੋਨਸ। ਪਲਾਜ਼ਮਾ ਦੇ ਵਿੱਚ ਪ੍ਰੋਟੀਨ, ਸਾਲਟਸ ਅਤੇ ਹਾਰਮੋਨਸ ਹੁੰਦੇ ਹਨ। ਬਲੱਡ ਫਲੋਜ਼ ਐਂਡ ਟਰਾਂਸਪੋਰਟ ਗੈਸਿਜ਼, ਡਾਈਜੈਸਟਿਵ ਫੂਡ, ਹਾਰਮੋਨਸ ਐਂਡ ਵੇਸਟ ਮਟੀਰੀਅਲ ਟੂ ਡਿਫਰੈਂਟ ਪਾਰਟਸ ਆਫ ਦਾ ਬੋਡੀ। ਇਹ ਹੋ ਗਿਆ ਕਨੈਕਟਿਵ ਟਿਸ਼ੂ। ਸੈਕੰਡ ਕਨੈਕਟਿਵ ਟਿਸ਼ੂ ਹੈ ਬੋਨ। ਬੋਨ ਇਜ਼ ਅਨਦਰ ਐਗਜ਼ਾਮਪਲ ਆਫ ਕਨੈਕਟਿਵ ਟਿਸ਼ੂ। ਬੋਨ ਕੀ ਕਰਦਾ ਹੈ? ਇਟ ਫਾਰਮ ਦੀ ਫਰੇਮ ਵਰਕ ਦੈਟ ਸਪੋਰਟਸ ਦਾ ਬੋਡੀ। ਇਹ ਸਾਡੀ ਬੋਡੀ ਦਾ ਫਰੇਮ ਵਰਕ ਬਣਾਉਂਦਾ ਹੈ। ਸਾਰਾ ਢਾਂਚਾ ਹੈ ਜਿਹੜਾ ਬੋਨਸ ਦਾ ਬਣਿਆ ਹੁੰਦਾ ਹੈ। ਟੂ ਬੋਨਸ ਕੈਨ ਬੀ ਕਨੈਕਟਡ ਟੂ ਈਚ ਅਦਰ ਬਾਏ ਐਨ ਅਦਰ ਟਾਈਪ ਆਫ ਕਨੈਕਟਿਵ ਟਿਸ਼ੂ ਕਾਲਡ ਦੀ ਲਿਗਾਮੈਂਟ। ਦੋ ਹੱਡੀਆਂ ਨੂੰ ਆਪਸ ਵਿੱਚ ਜਿਹੜਾ ਟਿਸ਼ੂ ਜੋੜਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਲਿਗਾਮੈਂਟ। ਦਿਸ ਟਿਸ਼ੂ ਇਜ਼ ਵੈਰੀ ਇਲਾਸਟਿਕ। ਇਹ ਬੜਾ ਇਲਾਸਟਿਕ ਹੁੰਦਾ ਹੈ। ਬੈਂਡਿੰਗ ਪਾਵਰ ਹੁੰਦੀ ਹੈ ਇਹਦੇ ਵਿੱਚ, ਬੈਂਡ ਕਰ ਸਕਦਾ ਹੈ। ਲਿਗਾਮੈਂਟ ਕੰਟੇਨਸ ਵੈਰੀ ਲਿਟਲ ਮੈਟ੍ਰਿਕਸ ਐਂਡ ਕਨੈਕਟ ਬੋਨਸ ਵਿਦ ਬੋਨਸ। ਲਿਗਾਮੈਂਟ ਬੋਨਸ ਟੂ ਬੋਨਸ ਨੂੰ ਜੋੜਦਾ ਹੈ। ਯਾਦ ਰੱਖਣਾ ਹੈ, ਬੋਨਸ ਟੂ ਬੋਨਸ। ਇੱਕ ਟਿਸ਼ੂ ਹੈ ਜਿਹੜਾ ਹੱਡੀ ਅਤੇ ਮਸਲ ਨੂੰ ਜੋੜਦਾ ਹੈ, ਦੈਟ ਇਜ਼ ਕਾਲਡ ਟੈਂਡਨ। ਟੈਂਡਨ ਕਨੈਕਟ ਮਸਲ ਟੂ ਬੋਨਸ। ਟੈਂਡਨ ਕਨੈਕਟ ਅਤੇ ਇਹਨੂੰ ਕਨੈਕਟ ਕਰਦਾ ਹੈ ਮਸਲ ਅਤੇ ਬੋਨਸ ਨੂੰ। ਐਂਡ ਆਰ ਅਨਦਰ ਟਾਈਪ ਆਫ ਕਨੈਕਟਿਵ ਟਿਸ਼ੂ। ਇਹ ਵੀ ਕਨੈਕਟਿਵ ਟਿਸ਼ੂ ਹੈ ਕਿਉਂਕਿ ਜੋੜਦਾ ਹੈ। ਲਿਗਾਮੈਂਟ ਵੀ ਕਨੈਕਟਿਵ ਟਿਸ਼ੂ ਹੈ ਜਿਹੜਾ ਹੱਡੀ ਅਤੇ ਹੱਡੀ ਨੂੰ ਜੋੜਦਾ ਹੈ। ਟੈਂਡਨ ਵੀ ਕਨੈਕਟਿਵ ਟਿਸ਼ੂ ਹੈ ਵਿਚ ਕਨੈਕਟ ਮਸਲ ਟੂ ਬੋਨ। Another type of connective tissue, cartilage, has widely spaced cell. एक और connective tissue है cartilage. The solid matrix is composed of protein and sugar. ਇਸ ਦੀ ਜਿਹੜੀ ਮੈਟ੍ਰਿਕਸ ਹੈ ਉਹ ਪ੍ਰੋਟੀਨ ਅਤੇ ਸ਼ੂਗਰ ਦੀ ਹੈ। Cartilage smoothens bone surfaces at joint and is also present in the nose, ear, trachea and larynx। ਇਹ ਬੋਨ ਸਰਫਿਸ ਨੂੰ ਸਮੂਥ ਰੱਖਦਾ ਹੈ। ਜਿਸ ਤਰ੍ਹਾਂ ਸਾਡੇ ਨੱਕ ਹਨ, ਕੰਨ ਹਨ, ਟਰਾਚੀਲਡ ਹੈ, ਲੈਰਨਿਕਸ ਹੈ। ਵੀ ਕੈਨ ਫੋਲਡ ਦੀ ਕਾਰਟੀਲੇਜ ਆਫ ਈਅਰਸ, ਜਿਵੇਂ ਅਸੀਂ ਕੰਨਾਂ ਦੇ ਕਾਰਟੀਲੇਜ ਨੂੰ ਫੋਲਡ ਕਰ ਸਕਦੇ ਹਾਂ। ਬਟ ਵੀ ਕੈਨ ਨਾਟ ਬੈਂਡ ਦੀ ਬੋਨਸ। ਬੋਨਸ ਨੂੰ ਬੈਂਡ ਨਹੀਂ ਕਰ ਸਕਦੇ। ਜਿੱਥੇ ਜਿੱਥੇ ਫਲੈਕਸੀਬਿਲਿਟੀ ਹੈ ਉਹ ਇਹਦੇ ਕਰਕੇ ਹੈ। ਐਰੀਓਲਰ ਕਨੈਕਟਿਵ ਟਿਸ਼ੂ ਇਜ਼ ਫਾਊਂਡ ਬਿਟਵੀਨ ਦੀ ਸਕਿਨ ਐਂਡ ਮਸਲ। ਸਕਿਨ ਅਤੇ ਮਸਲ, ਜਿੱਥੋਂ ਮਸਲ ਅਤੇ ਸਕਿਨ ਆਪਸ ਵਿੱਚ ਜੁੜਦੇ ਹਨ ਉੱਥੇ ਕਿਹੜਾ ਟਿਸ਼ੂ ਹੈ? ਐਰੀਓਲਰ। ਅਰਾਊਂਡ ਬਲੱਡ ਵੈਸਲਸ ਐਂਡ ਨਰਵਸ, ਜਿਹੜਾ ਨਾੜੀਆਂ ਅਤੇ ਬਲੱਡ ਵੈਸਲਸ ਦੇ ਨਾਲ ਜੁੜਿਆ ਹੁੰਦਾ ਹੈ।
and in bone marrow. It fills the space inside the organ, supports internal organ and helps in the repair of tissues. ਜਿਹੜਾ ਸਪੇਸ ਨੂੰ ਫਿਲ ਕਰਦਾ ਔਰਗਨਸ ਦੀ ਵਿਚਲੀ ਨੂੰ ਤੇ ਇੰਟਰਨਲ ਔਰਗਨਸ ਨੂੰ ਸਪੋਰਟ ਕਰਦਾ ਸਾਰਿਆਂ ਨੂੰ ਤੇ ਟਿਸ਼ੂਆਂ ਦੀ ਰਿਪੇਅਰ ਵਿੱਚ ਵੀ ਹੈਲਪ ਕਰਦਾ ਹੈ। ਨੈਕਸਟ ਹਨ ਜਿਹੜੇ ਮਸਕੂਲਰ ਟਿਸ਼ੂ, ਸਟ੍ਰੇਟਡ ਮਸਲ, ਸਮੂਥ ਮਸਲ, ਕਾਰਡੀਅਕ ਮਸਲ। ਇਸ ਬਾਰੇ ਪੜ੍ਹਾਂਗੇ। ਮਸਲ ਟਿਸ਼ੂ, ਮਸਲ ਟਿਸ਼ੂ ਨੇ ਜਿਹੜੇ ਇਹਦੇ ਕਰਕੇ ਸਾਡੀ ਬਾਡੀ ਦੇ ਵਿੱਚ ਸਾਰੀ ਮੂਵਮੈਂਟ ਹੁੰਦੀ ਹੈ। ਕੁਐਸਚਨ ਵੀ ਆਏਗਾ ਵਿਚ ਟਿਸ਼ੂ ਇਜ਼ ਰਿਸਪੋਂਸੀਬਲ ਫਾਰ ਦਾ ਮੂਵਮੈਂਟ ਇਨ ਆਵਰ ਬਾਡੀ। ਸੋ ਆਂਸਰ ਇਜ਼ ਮਸਕੂਲਰ ਟਿਸ਼ੂ। ਇਟ ਕੰਸਿਸਟ ਆਫ ਅਲੋਂਗੇਟਿਡ ਸੈੱਲ, ਇੱਕ ਅਲੋਂਗੇਟਿਡ ਸੈੱਲ ਦਾ ਬਣਿਆ ਹੁੰਦਾ ਹੈ, ਆਲਸੋ ਕਾਲਡ ਮਸਲ ਫਾਈਬਰਸ, ਜਿਸ ਨੂੰ ਮਸਲ ਫਾਈਬਰਸ ਵੀ ਕਿਹਾ ਜਾਂਦਾ ਹੈ। ਦਿਸ ਟਿਸ਼ੂ ਇਜ਼ ਰਿਸਪੋਂਸੀਬਲ ਫਾਰ ਦਾ ਮੂਵਮੈਂਟ ਇਨ ਅਵਰ ਬਾਡੀ। ਇਹ ਸਾਡੀ ਬਾਡੀ ਦੀ ਮੂਵਮੈਂਟ ਲਈ ਰਿਸਪੋਂਸੀਬਲ ਹੈ। ਕੀ ਹੁੰਦਾ ਹੈ ਮਸਲ ਦੇ ਵਿੱਚ? ਮਸਲ ਕੰਟੇਨਸ ਸਪੈਸ਼ਲ ਪ੍ਰੋਟੀਨਸ ਕਾਲਡ ਕੰਟਰੈਕਟਾਈਲ ਪ੍ਰੋਟੀਨ। ਜੋ ਇਸ ਵਿੱਚ ਪ੍ਰੋਟੀਨ ਹੈ ਉਹ ਕੰਟਰੈਕਟ ਹੋਣ ਦੀ ਐਬਿਲਿਟੀ ਰੱਖਦੀ ਹੈ, ਸਮਰੱਥਾ ਰੱਖਦੀ ਹੈ। ਵਿਚ ਕੰਟਰੈਕਟ ਐਂਡ ਰਿਲੈਕਸ ਟੂ ਕਾਜ਼ ਮੂਵਮੈਂਟ, ਜਿਹੜੀ ਸੁੰਗੜਦੀ ਹੈ ਅਤੇ ਰਿਲੈਕਸ ਹੁੰਦੀ ਹੈ, ਜਿਸ ਨਾਲ ਮਸਲ ਦੀ ਮੂਵਮੈਂਟ ਹੁੰਦੀ ਹੈ ਇਸ ਪ੍ਰੋਟੀਨ ਦੇ ਨਾਲ। ਵੀ ਕੈਨ ਮੂਵ ਸਮ ਮਸਲਸ ਬਾਏ ਕੌਨਸ਼ੀਅਸ ਵੈਲ, ਕਈ ਮਸਲ ਆਪਣੀ ਇੱਛਾ ਦੇ ਨਾਲ ਅਸੀਂ ਹਿਲਾ ਸਕਦੇ ਹਾਂ। ਮਸਲਸ ਪ੍ਰੈਜੈਂਟ ਇਨ ਅਵਰ ਲਿੰਬਸ ਮੂਵ ਵੈਨ ਵੀ ਵਾਂਟ ਟੂ ਐਂਡ ਸਟਾਪ ਵੈਨ ਵੀ ਟੂ ਡਿਸਾਈਡ। ਸੱਚ ਮਸਲਸ ਆਰ ਕਾਲਡ ਵੋਲੰਟਰੀ ਮਸਲਸ। ਜਿਹੜੇ ਮਸਲ ਨੂੰ ਆਪਣੀ ਅਸੀਂ ਇੱਛਾ ਦੇ ਨਾਲ ਹਿਲਾ ਸਕਦੇ ਹਾਂ, ਮੂਵਮੈਂਟ ਕਰ ਸਕਦੇ ਹਾਂ, ਉਸ ਨੂੰ ਵਲੰਟੀਅਰ ਮਸਲਸ ਕਹਿੰਦੇ ਹਨ। ਜਿਵੇਂ ਹੱਥਾਂ ਦਾ ਹਿਲਾਉਣਾ, ਬਾਹਾਂ ਦਾ ਹਿਲਾਉਣਾ। ਇੱਕ ਮਸਲ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਆਪਣੀ ਵਿਲਿੰਗ ਦੇ ਨਾਲ ਨਹੀਂ ਹਿਲਾ ਸਕਦੇ। ਦੀ ਮੂਵਮੈਂਟ ਆਫ ਫੂਡ ਇਨ ਦਾ ਐਲੀਮੈਂਟਰੀ ਕੈਨਾਲ or the contraction or relaxation of blood vessels are involuntary movement। ਜਿਵੇਂ ਫੂਡ ਪਾਈਪ ਦੇ ਵਿੱਚ ਭੋਜਨ ਦਾ ਜਾਣਾ, ਬਲਿੰਕਿੰਗ ਆਫ ਆਈਜ਼, ਅੱਖਾਂ ਦਾ ਝਮਕਣਾ, ਇਹ ਅਸੀਂ ਆਪਣੀ ਇੱਛਾ ਅਨੁਸਾਰ ਨਹੀਂ ਕਰਦੇ। ਹਾਰਟ ਬੀਟ ਦਾ ਚੱਲਣਾ, these are called involuntary movements। We cannot really start them or stop them simply by wanting to do so। ਅਸੀਂ ਅਸਲ ਵਿੱਚ ਆਪਣੀ ਇੱਛਾ ਅਨੁਸਾਰ ਇਹਨਾਂ ਨੂੰ ਸਟਾਰਟ ਅਤੇ ਸਟਾਪ ਨਹੀਂ ਕਰ ਸਕਦੇ। ਇਹ ਦੋ ਪ੍ਰਕਾਰ ਦੇ ਮਸਲ ਹਨ, ਵੋਲੈਂਟਰੀ ਮਸਲਸ ਜੋ ਇੱਛਾ ਅਨੁਸਾਰ ਚੱਲਦੇ ਹਨ, ਐਂਡ ਇਨਵੋਲੈਂਟਰੀ ਮੂਵਮੈਂਟਸ ਜੋ ਸਾਡੀ ਇੱਛਾ ਅਨੁਸਾਰ ਨਹੀਂ ਚੱਲਦੇ। ਦੇ ਆਰ ਫਾਊਂਡ ਇਨ ਦਾ ਆਈਰਿਸ ਆਫ ਆਈਜ਼, ਅੱਖਾਂ ਦੇ ਵਿੱਚ ਹਨ, ਅਤੇ ਬ੍ਰੌਂਚੀਜ਼ ਆਫ ਲੰਗਸ, ਇੱਥੇ ਇਹ ਲੋਕੇਟ ਕਰਦੇ ਨੇ। ਦੇ ਆਰ ਆਲਸੋ ਕਾਲਡ ਅਨਸਟ੍ਰੇਟਡ ਮਸਲਸ। Muscular tissues consist of elongated cell, repeat हो गया शायद से। This tissue is responsible for the movement in our body। Muscle contains special protein called contractile proteins which contract or relax to cause movement। ਮਸਲ ਦੇ ਵਿੱਚ ਸਪੈਸ਼ਲ ਪ੍ਰੋਟੀਨ ਹੁੰਦੀ ਹੈ ਜਿਹੜੀ ਕੰਟਰੈਕਟਾਈਲ ਨੇਚਰ ਦੀ ਹੁੰਦੀ ਹੈ, ਜਿਹਦੇ ਨਾਲ ਮਸਲ ਰਿਲੈਕਸ ਅਤੇ ਕੰਟਰੈਕਟ ਹੁੰਦਾ ਹੈ, ਮੂਵਮੈਂਟ ਹੁੰਦੀ ਰਹਿੰਦੀ ਹੈ। ਲਾਸਟ ਹੈ ਜਿਹੜਾ ਨਰਵਸ ਟਿਸ਼ੂ। ਨਰਵਸ ਟਿਸ਼ੂ, ਆਲ ਸੈੱਲ ਪੋਜੈਸਿਸ ਦੀ ਅਬਿਲਿਟੀ ਟੂ ਰਿਸਪੌਂਡ ਟੂ ਸਟਿਮੁਲੀ। ਸਾਰੇ ਸੈੱਲਾਂ ਦੇ ਵਿੱਚ ਇੱਕ ਐਬਿਲਿਟੀ ਹੁੰਦੀ ਹੈ ਕਿਸੇ ਮੈਸੇਜ ਨੂੰ ਟਰਾਂਸਫਰ ਕਰਨ ਦੀ। However, cells of the nerve tissue are highly specialized for being stimulated and then transmitting the
stimulus very rapidly from one place to another place within the body। ਪਰ ਨਰਵਸ ਟਿਸ਼ੂ ਨੇ ਜਿਹੜੇ ਉਹ ਹਾਈਲੀ ਸਪੈਸ਼ਲਾਈਜ਼ਡ ਹੁੰਦੇ ਨੇ ਮੈਸੇਜ ਦੇਣ ਲਈ ਸਾਡੇ ਬੋਡੀ ਦੇ ਇੱਕ ਪਾਰਟ ਤੋਂ ਦੂਜੇ ਪਾਰਟ ਤੱਕ। ਜਿਵੇਂ ਸਾਡੇ ਪੈਰ ਦੇ ਵਿੱਚ ਕੋਈ ਸੂਈ ਜਾਂ ਕੰਡਾ ਚੁੱਭ ਜਾਵੇ ਤਾਂ ਇੱਕਦਮ ਅਸੀਂ ਰੁਕ ਜਾਂਦੇ ਹਾਂ, ਸਾਡਾ ਹੱਥ ਉੱਥੇ ਚਲਿਆ ਜਾਂਦਾ ਹੈ, ਇੱਕਦਮ ਮੈਸੇਜ ਬ੍ਰੇਨ ਕੋਲ ਜਾਂਦਾ ਹੈ ਅਤੇ ਬ੍ਰੇਨ ਸਾਡੇ ਮਸਲ ਤੋਂ ਕੰਮ ਕਰਵਾਉਂਦਾ ਹੈ। ਇੰਨੀ ਫਾਸਟ ਸਰਵਿਸ ਹੈ ਇਹਨਾਂ ਦੀ। ਦੀ ਬ੍ਰੇਨ, ਸਪਾਈਨਲ ਕੋਡ ਐਂਡ ਨਰਵਸ ਆਰ ਆਲ ਕੰਪੋਜ਼ਡ ਆਫ ਨਰਵਸ ਟਿਸ਼ੂ। ਇਸ ਵਿੱਚ ਕਿਹੜੇ ਕਿਹੜੇ ਟਿਸ਼ੂ ਆ ਜਾਂਦੇ ਹਨ? ਬ੍ਰੇਨ ਜਿੰਨਾ ਥਿੰਕਿੰਗ ਵਰਕ ਆ, ਸਪਾਈਨਲ ਕੋਡ ਜੋ ਸਾਡੇ ਨੈਕ ਦੇ ਵਿੱਚ ਤੋਂ ਉੱਪਰ ਦਿਮਾਗ ਦੇ ਨੀਚੇ ਜੋ ਪਾਰਟ ਹੈ ਉਸ ਨੂੰ ਸਪਾਈਨਲ ਕੋਡ ਕਿਹਾ ਜਾਂਦਾ ਹੈ, ਐਂਡ ਨਰਵਸ ਅਤੇ ਜਿੰਨੀਆਂ ਨਾੜੀਆਂ ਹਨ ਜੋ ਮੈਸੇਜ ਟਰਾਂਸਫਰ ਕਰਦੀਆਂ ਹਨ ਆਰ ਕੰਪੋਜ਼ਡ ਆਫ ਨਰਵ ਟਿਸ਼ੂ। ਦੀ ਸੈੱਲ ਆਫ ਦਿਸ ਟਿਸ਼ੂ ਆਰ ਕਾਲਡ ਨਰਵ ਸੈਲਸ ਔਰ ਨਿਊਰੋਨ। ਸੈੱਲ ਆਫ ਨਰਵ ਟਿਸ਼ੂ ਆਰ ਕਾਲਡ ਨਿਊਰੋਨ। ਯਾਦ ਰੱਖਣਾ ਹੈ, ਦੀ ਸੈੱਲ ਆਫ ਨਰਵ ਟਿਸ਼ੂ ਆਰ ਕਾਲਡ ਨਰਵ ਸੈਲਸ ਔਰ ਨਿਊਰੋਨ। ਨਿਊਰੋਨ ਛੋਟੇ ਤੋਂ ਛੋਟਾ ਯੂਨਿਟ ਹੈ। ਨੈਕਸਟ ਪੇਜ 'ਤੇ ਇਸ ਦੀ ਫਿਗਰ ਬਣੀ ਹੋਈ ਹੈ, ਦੇਖ ਲੈਣੀ ਹੈ। ਇਹ ਨਿਊਰੋਨ ਕੰਸਿਸਟ ਆਫ ਏ ਸੈੱਲ ਬੋਡੀ ਵਿਦ ਏ ਨਿਊਕਲੀਅਸ। ਨਿਊਰੋਨ ਇੱਕ ਸੈੱਲ ਬੋਡੀ ਦਾ ਬਣਿਆ ਹੁੰਦਾ ਹੈ ਜਿਹਦੇ ਵਿੱਚ ਇੱਕ ਨਿਊਕਲੀਅਸ ਹੁੰਦਾ ਹੈ। ਸਾਈਟੋਪਲਾਜ਼ਮ, ਸੈੱਲ ਦੀ ਕੰਸਟਰਕਸ਼ਨ ਤੁਸੀਂ ਪੜ੍ਹ ਕੇ ਆਏ ਹੋ। ਫਰਾਮ ਵਿੱਚ ਏ ਲੌਂਗ ਥਿਨ ਹੇਅਰ ਲਾਈਕ ਪਾਰਟ ਅਰਾਈਜ਼, ਜਿਸ ਦੇ ਵਿੱਚੋਂ ਇੱਕ ਬਾਲਾਂ ਵਰਗਾ ਪਾਰਟ ਨਿਕਲਿਆ ਹੁੰਦਾ ਹੈ ਜਿਸ ਨੂੰ ਡੈਂਡਰਾਈਟਸ ਕਿਹਾ ਜਾਂਦਾ। ਯੂਜਲੀ ਈਚ ਨਿਊਰੋਨ ਹੈਜ਼ ਏ ਸਿੰਗਲ ਲੌਂਗ ਪਾਰਟ। ਇਸ ਵਿੱਚ ਇੱਕ ਸਿੰਗਲ ਲੌਂਗ ਪਾਰਟ ਹੁੰਦਾ ਹੈ ਕਾਲਡ ਅਕਸ਼ਨ। ਨੈਕਸਟ ਪੇਜ 'ਤੇ ਪੜ੍ਹਦੇ ਹਾਂ, ਜਿਸ ਨੂੰ ਅਕਸ਼ਨ ਕਿਹਾ ਜਾਂਦਾ ਹੈ। ਐਂਡ ਦੀ ਮੈਨੀ ਸ਼ਾਰਟ ਬ੍ਰਾਂਚਿਸ ਪਾਰਟਸ ਕਾਲਡ ਡੈਂਡਰਾਈਟਸ, ਅਤੇ ਛੋਟੀਆਂ ਛੋਟੀਆਂ ਬ੍ਰਾਂਚਿਸ ਜਿਸ ਨੂੰ ਡੈਂਡਰਾਈਟਸ ਕਿਹਾ ਜਾਂਦਾ ਹੈ। ਜੋ ਮੈਸੇਜ ਰਿਸੀਵ ਕਰਨਾ ਹੈ ਸਾਡੀ ਬਾਡੀ ਦੇ ਵਿੱਚ ਉਹ ਡੈਂਡਰਾਈਟਸ ਕਰਦੀਆਂ ਹਨ। ਡੈਂਡਰਾਈਟਸ ਨਿਊਕਲੀਅਸ ਨੂੰ ਪ੍ਰੋਵਾਈਡ ਕਰਕੇ ਅਕਸ਼ਨ ਰਾਹੀਂ ਚੱਲਿਆ ਜਾਂਦਾ ਹੈ ਮੈਸੇਜ, ਅਤੇ ਅੱਗੇ ਨਰਵ ਐਂਡ 'ਤੇ ਪਹੁੰਚ ਜਾਂਦਾ ਹੈ। ਦੀ ਇੰਡੀਵਿਜੂਅਲ ਨਰਵ ਸੈੱਲ ਮੇ ਬੀ ਅਪ ਟੂ ਏ ਮੀਟਰ ਲੌਂਗ। 1 ਮੀਟਰ ਤੱਕ ਲੌਂਗ ਹੋ ਸਕਦਾ ਹੈ ਸੈੱਲ। ਮੈਨੀ ਨਰਵ ਫਾਈਬਰ ਸ਼ੁੱਡ ਟੂਗੈਦਰ ਬਾਏ ਕਨੈਕਟਿਵ ਟਿਸ਼ੂ ਮੇਕ ਅਪ ਏ ਨਰਵ। ਬਹੁਤ ਸਾਰੇ ਨਰਵ ਫਾਈਬਰਸ ਇਕੱਠੇ ਹੋ ਕੇ ਕਨੈਕਟ ਟਿਸ਼ੂ ਨਾਲ ਇੱਕ ਨਰਵ ਸੈੱਲ ਬਣਾਉਂਦੇ ਹਨ। ਫਿਗਰ ਇੱਥੇ ਦੇਖ ਲਓ ਜੀ। ਇਹ ਡੈਂਡਰਾਈਟਸ ਹਨ ਜੋ ਬ੍ਰਾਂਚਿਸ ਹਨ ਜਿਹੜੀਆਂ ਮੈਸੇਜ ਨੂੰ ਕਲੈਕਟ ਕਰਦੀਆਂ ਹਨ। ਮੈਸੇਜ ਸੈੱਲ ਦੇ ਨਿਊਕਲੀਅਸ ਕੋਲ ਆਉਂਦਾ ਹੈ ਅਤੇ ਅਕਸ਼ਨ ਰਾਹੀਂ ਮੂਵ ਹੋ ਕੇ ਨਰਵ ਐਂਡਿੰਗ 'ਤੇ ਚਲਿਆ ਜਾਂਦਾ ਹੈ। ਅਤੇ ਇੱਥੇ ਫਿਰ ਅਗਲਾ ਸੈੱਲ ਦੀ ਜੋ ਡੈਂਡਰਾਈਟਸ ਹੈ ਉਹ ਫਿਰ ਮੈਸੇਜ ਨੂੰ ਰਿਸੀਵ ਕਰ ਦਿੰਦੀ ਹੈ ਅਤੇ ਅੱਗੇ ਫਾਰਵਰਡ ਹੋ ਕੇ ਬ੍ਰੇਨ ਤੱਕ ਪਹੁੰਚਦਾ ਹੈ। ਨਰਵਿੰਗ ਐਂਡ 'ਤੇ ਨਾਲ ਦੇ ਸੈੱਲ ਦੇ ਸਕਸੈਸਿਵ ਸੈੱਲ ਹੈ ਜਿਹੜਾ ਉਹਦੇ ਵਿੱਚ ਜੋ ਗੈਪ ਹੈ ਉਸ ਨੂੰ ਕਿਹਾ ਜਾਂਦਾ ਸਾਈਨੈਪਸ। ਇੱਥੇ ਸ਼ਾਇਦ ਨਹੀਂ ਲਿਖਿਆ ਸਾਈਨੈਪਸ। ਇੱਥੇ ਆ ਕੇ ਇੱਕ ਕੈਮੀਕਲ ਰਿਲੀਜ਼ ਹੁੰਦਾ ਹੈ ਜੋ ਮੈਸੇਜ ਨੂੰ ਅੱਗੇ ਡੈਂਡਰਾਈਟਸ ਮੈਸੇਜ ਰਿਸੀਵ ਕਰਦੀਆਂ ਹਨ। ਅਕਸ਼ਨ ਰਾਹੀਂ ਨਰਵ ਐਂਡ 'ਤੇ ਚਲਿਆ ਜਾਂਦਾ ਅਤੇ ਨਰਵ ਐਂਡ 'ਤੇ ਜਾ ਕੇ ਇੱਕ ਕੈਮੀਕਲ ਰਿਲੀਜ਼ ਹੁੰਦਾ ਹੈ ਜਿਸ ਨੂੰ ਫਿਰ ਅਗਲੇ ਸੈੱਲ ਦੀ ਡੈਂਡਰਾਈਟਸ ਰਿਸੀਵ ਕਰ ਲੈਂਦੀ ਹੈ ਅਤੇ ਮੈਸੇਜ ਅੱਗੇ ਫਾਰਵਰਡ ਹੋ ਜਾਂਦਾ ਹੈ। ਦੀ ਸਿਗਨਲ ਦੈਟ ਪਾਸਿਸ ਅਲੋਂਗ ਦਾ ਨਰਵ ਫਾਈਬਰ ਇਜ਼ ਕਾਲਡ ਨਰਵ ਇੰਪਲਸ। ਇਸ ਸਿਗਨਲ ਨੂੰ ਕਿਹਾ ਜਾਂਦਾ ਹੈ ਨਰਵ ਇੰਪਲਸ। ਨਰਵ ਇੰਪਲਸਿਸ ਅਲਾਓ ਅਸ ਟੂ ਮੂਵ ਅਵਰ ਮਸਲਸ ਵੈਨ ਵੀ ਵਾਂਟ ਟੂ। ਇਹੀ ਫਿਰ ਸਾਡੀ ਬਾਡੀ ਦੀ ਮੂਵਮੈਂਟ ਅਲਾਓ ਕਰਦੇ ਹਨ। ਦੀ ਫੰਕਸ਼ਨਲ ਕੰਬੀਨੇਸ਼ਨ ਆਫ ਨਰਵ ਐਂਡ ਮਸਲ ਟਿਸ਼ੂ ਇਜ਼ ਫੰਡਾਮੈਂਟਲ ਟੂ ਮੋਸਟ ਐਨੀਮਲਸ। ਨਰਵ ਸੈੱਲ ਅਤੇ ਮਸਲ ਦਾ ਕੰਬੀਨੇਸ਼ਨ ਸਾਰੇ ਐਨੀਮਲਸ ਦੇ ਵਿੱਚ ਕਾਮਨ ਹੈ, ਫੰਡਾਮੈਂਟਲ ਹੈ। ਦਿਸ ਕੰਬੀਨੇਸ਼ਨ ਐਨੇਬਲਸ ਐਨੀਮਲਸ ਟੂ ਮੂਵ ਰੈਪਿਡਲੀ ਇਨ ਰਿਸਪੌਂਸ ਟੂ ਸਟਿਮਲੀ। ਇਹੀ ਸਾਰੇ ਐਨੀਮਲਸ ਦੇ ਵਿੱਚ ਮੂਵਮੈਂਟ ਕਰਦਾ ਹੈ ਉਸ ਮੈਸੇਜ ਨੂੰ ਰਿਸਪੌਂਸ ਦੇਣ ਲਈ। ਇਸ ਦੇ ਨਾਲ ਬੇਟੇ ਤੁਹਾਡਾ ਜਿਹੜਾ ਚੈਪਟਰ ਹੈ ਇਹ ਓਵਰ ਹੋ ਚੁੱਕਿਆ ਹੈ।
ਤੇ ਕੁਐਸਚਨ ਆਨਸਰ ਤੁਸੀਂ ਆਲਰੇਡੀ ਇਸ ਦੇ ਲਿਖ ਲਏ ਹਨ। ਸਾਰਿਆਂ ਨੇ ਇਸ ਨੂੰ ਧਿਆਨ ਨਾਲ ਪੜ੍ਹ ਲੈਣਾ ਹੈ। ਤੇ ਐਪਥੀਲੀਅਲ ਟਿਸ਼ੂ ਦੀ ਵੀਡੀਓ ਵੀ ਨਾਲ ਪਾਉਣ ਲੱਗੇ ਹਾਂ, ਉਹ ਸਾਰਿਆਂ ਨੇ ਸੁਣ ਲੈਣੀ ਹੈ। ਕਿ ਬੇਟੇ ਥੈਂਕ ਯੂ, ਹੈਵ ਅ ਨਾਈਸ ਡੇ। ਨੈਕਸਟ ਲੈਕਚਰ ਦੇ ਵਿੱਚ ਨਵਾਂ ਚੈਪਟਰ ਹੈ ਜਿਹੜਾ ਸਟਾਰਟ ਕੀਤਾ ਜਾਵੇਗਾ। ਥੈਂਕ ਯੂ।